सो सैक्शुअल रिप्रोडक्शन डिस्कस करांगे कि सैक्शुअल ठीक है प्रीवियस वीडियो ये सैक्शुअल रिप्रोडक्शन पढ़ी है कि किद्दां सिंगल ऑर्गेनिजम्स रिप्रोड्यूस करते हैं। नाउ वी विल डिस्कस अबाउट दी सैक्शुअल रिप्रोडक्शन। प्रीवियस वीडियो साडे चैनल ते विजडम एजुकेशन पॉइंट RDC ते तुसीं जाके प्लेलिस्ट दे विच देख सकते हैं प्रीवियस वीडियो 10th क्लास दियां। then start करते हैं sexual reproduction. We are also similar with mode of reproduction that depend on the involvement of the two individuals before a new generation can be created। ठीक है कि सानू पता है कि mode of reproduction किहदे ते डिपेंड करती है जदों दो ਵੱਖਰੀ तरह ਦੇ इंडिविजुअल इन्वॉल्व ਹੁੰਦੇ ਆ ਆਪਣੀ ਨਿਊ ਜਨਰੇਸ਼ਨ ਕ੍ਰੀਏਟ ਕਰਨ ਦੇ ਲਈ। ਇਹ ਠੀਕ ਹੈ ਇਹਦੇ ਵਿੱਚ ਕੀ ਇਹਨਾਂ ਕੇਸਿਸ ਦੇ ਵਿੱਚ ਕੀ ਚਾਹੀਦਾ ਹੁੰਦਾ ਆ ਮੋਡ ਸੈਕਸ਼ੂਅਲ ਰੀਪਰੋਡਕਸ਼ਨ ਦੇ ਵਿੱਚ ਬੋਥ ਸੈਕਸਿਸ ਮੇਲਸ ਐਂਡ ਫੀਮੇਲਸ ਆਰ ਨੀਡਡ ਟੂ ਪ੍ਰੋਡਿਊਸ ਨਿਊ ਜਨਰੇਸ਼ਨ। ਠੀਕ ਆ ਮੇਲ ਔਰ ਫੀਮੇਲ ਜਿਹੜੇ ਆ ਨੀਡਡ ਹੁੰਦੇ ਆ ਦੋ ਵੱਖਰੀ ਤਰ੍ਹਾਂ ਦੇ ਸੈਕਸਿਸ ਜਿਹੜੇ ਇਨਵੋਲਵ ਹੁੰਦੇ ਆ ਤਾਂ ਕਿ ਉਹ ਨਿਊ ਜਨਰੇਸ਼ਨ ਨੂੰ ਪ੍ਰੋਡਿਊਸ ਕਰ ਸਕਣ। ਸੋ ਆਪਾਂ ਦੇਖਦੇ ਹਾਂ ਅੱਗੇ what is the sexual mode of reproduction कि sexual mode of reproduction ਹੁੰਦਾ ਕੀ ਆ। the creation of two new cells from one involves copying of DNA as well as the cellular apparatus। ਠੀਕ ਆ ਜੀ ਇਹ ਕੀ ਹੁੰਦਾ ਆ ਕਿ ਕ੍ਰੀਏਸ਼ਨ ਹੁੰਦੀ ਆ ਦੋ ਨਵੇਂ ਸੈਲਸ ਦੀ ਕਿੱਥੋਂ ਇੱਕ ਇਨਵੋਲਵਡ ਕਾਪੀ ਆਫ DNA ਤੋਂ as well as of the cellular apparatus ਜਿਹਦੀ ਇੱਕ ਆਪਣੀ cellular appearance ਔਰ cellular apparatus ਹੁੰਦੀ ਆ। the DNA copy mechanisms as we have noticed cannot be absolutely accurate and the resultant error are a source of variations in the population of organism। ਇੱਥੇ ਕੀ ਦੱਸਿਆ ਗਿਆ ਆ ਕਿ ਜਿਹੜਾ ਵੀ DNA ਕਾਪੀ ਮੈਕੈਨਿਜ਼ਮ ਆ ਠੀਕ ਹੈ ਉਹ ਤੋਂ ਸਾਨੂੰ ਇਹ ਨੋਟ ਹੁੰਦਾ ਆ ਕਿ ਜਿੰਨੀਆਂ ਵੀ ਉਹਦੀਆਂ DNA ਕਾਪੀ ਨੇ ਅੱਗੇ ਆਪਣੇ ਡਾਟਰ ਸੈਲਸ ਠੀਕ ਹੈ ਪ੍ਰੋਡਿਊਸ ਕੀਤੇ ਆ ਉਹ ਐਬਸੋਲੂਟਲੀ ਐਕੂਰੇਟ ਨਹੀਂ ਹੁੰਦੇ। ਕਿਉਂ ਨਹੀਂ ਹੁੰਦੇ? ਕਿਉਂਕਿ ਉਹਨਾਂ ਦੇ ਵਿੱਚ ਵੇਰੀਏਸ਼ਨਸ ਹੋ ਜਾਂਦੀਆਂ ਪਾਪੂਲੇਸ਼ਨ ਦੇ ਵਿੱਚ ਅੱਗੇ। ਐਵਰੀ ਇੰਡੀਵਿਜੂਅਲ ਆਰਗੈਨਿਜ਼ਮਸ ਕੈਨ ਨਾਟ ਬੀ ਪ੍ਰੋਟੈਕਟਡ ਬਾਈ ਵੇਰੀਏਸ਼ਨਸ। ਅਗਰ ਆਪਾਂ ਇੱਕ ਇੰਡੀਵਿਜੂਅਲ ਦੀ ਗੱਲ ਕਰਦੇ ਹਾਂ ਤਾਂ ਉਹ ਪ੍ਰੋਟੈਕਟਡ ਨਹੀਂ ਹੈਗਾ ਵੇਰੀਏਸ਼ਨਸ ਕਰਕੇ ਕਿਉਂਕਿ ਕਦੇ ਨਾ ਕਦੇ ਵੇਰੀਏਸ਼ਨ ਹੋਣ ਕਰਕੇ ਉਹਦੀ ਠੀਕ ਹੈ ਖਤਮ ਹੋ ਜਾਣਾ ਉਸ ਇੰਡੀਵਿਜੂਅਲ ਨੇ। ਬਟ ਅਗਰ ਆਪਾਂ ਪਾਪੂਲੇਸ਼ਨ ਦੀ ਗੱਲ ਕਰਦੇ ਹਾਂ ਵੇਰੀਏਸ਼ਨਸ ਆਰ ਯੂਜ਼ਫੁਲ ਫॉर ਇੰਸ਼ੋਰਿੰਗ ਦਾ ਸਰਵਾਈਵਲ ਆਫ ਸਪੀਸੀਜ਼। ਸੋ ਵੇਰੀਏਸ਼ਨਸ ਕੀ ਇੰਸ਼ੋਰ ਕਰਦੀਆਂ ਆ सर्वाइवल ऑफ स्पीसीज के पॉपुलेशन की कंटिन्यूटी होई रवे। इट वुड देयरफॉर मेक सेंस इफ ऑर्गेनिजम्स कम अप विद रिप्रोडक्टिव मोड दैट अलाउ मोर और मोर वेरिएशंस टू बी जनरेटेड। अगर कहते ऑर्गेनिजम्स जोड़े आ कम अप करते मतलब अपने न्यू इंडिविजुअल्स प्रोड्यूस करते हैं रिप्रोडक्शन मोड के द्वारा तो यह अलाउ करता कि मोर और मोर वेरिएशंस जोड़ियां आ जनरेटेड होण। So while DNA copy mechanism are not absolutely accurate, they are precise enough to make the generation of variations a very slow process। ठीक है अगर कहते DNA copy mechanism accurate नहीं हुंदी ਤਾਂ ਇਹਦੇ ਵਿੱਚ एबिलिटी ਹੁੰਦੀ ਆ ਕਿ ਉਹ जनरेशन वेरिएशंस ਜਿਹੜੀਆਂ ਕ੍ਰੀਏਟ ਕਰ ਸਕੇ। ਇਫ ਦਾ DNA ਕਾਪਿੰਗ ਮੈਕੈਨਿਜ਼ਮ ਵਰ ਟੂ ਵੀ ਲੈਸ ਐਕੂਰੇਟ ਅਗਰ DNA ਕਾਪੀ ਮੈਕੈਨਿਜ਼ਮ ਜਿਹੜਾ ਆ ਲੈਸ ਐਕੂਰੇਟ ਆ ਤਾਂ ਕਈ ਵਾਰ ਇਹਦਾ ਰਿਜ਼ਲਟ ਵਜੋਂ ਕੀ ਹੁੰਦਾ ਆ ਕਿ ਕੁਝ ਆਰਗੈਨਿਜ਼ਮ ਜਿਹੜੇ ਆ ਉਹ ਏਬਲ ਨਹੀਂ ਹੁੰਦੇ ਕਿ ਉਹਨਾਂ ਦੀ ਸੈਲੂਲਰ ਆਪਰੇਟਸ ਜਿਹੜਾ ਆ ਉੱਦਾਂ ਦਾ ਕੰਮ ਕਰ ਸਕੇ ਔਰ ਉਹ ਥੋੜੀ ਦੇਰ ਬਾਅਦ ਜਿਹੜੇ ਆ ਉਹ ਖਤਮ ਹੋ ਜਾਂਦੇ ਆ। ਸੋ each new variation is made in DNA copy that already has variations accumulated from previous generation। ਹੁਣ ਹਰ ਇੱਕ ਕਹਿੰਦੇ ਨਵੀਂ ਵੇਰੀਏਸ਼ਨ ਜਿਹੜੀ ਬਣਦੀ ਆ DNA ਕਾਪੀ ਦੇ ਵਿੱਚ that already has variations accumulated from previous generation ਉਹਦੇ ਵਿੱਚ ਪਹਿਲਾਂ ਹੀ ਵੇਰੀਏਸ਼ਨਸ ਹੁੰਦੀਆਂ ਆ ਜਿਹੜੀ ਉਹਦੀ ਪ੍ਰੀਵੀਅਸ ਜਨਰੇਸ਼ਨ ਦੇ ਵਿੱਚ ਵੇਰੀਏਸ਼ਨਸ ਹੋਈਆਂ ਹੁੰਦੀਆਂ ਕਿਉਂਕਿ ਆਪਾਂ ਦੇਖਦੇ ਆ ਨਾ ਕਿ ਇੱਕ ਸੈੱਲ ਜਿਹੜਾ ਅੱਗੇ ਦੋ ਡਾਟਰ ਸੈਲਸ ਪ੍ਰੋਵਾਈਡ ਕਰਦਾ ਆ। ਠੀਕ ਆ ਸੋ ਜਿਹੜਾ ਪਹਿਲਾ ਸੈੱਲ ਆ ਉਹ ਵੀ ਤਾਂ ਪਿਛਲੇ ਆਪਣੇ ਪ੍ਰੀਵੀਅਸ ਜਨਰੇਸ਼ਨ ਤੋਂ ਬਣਿਆ ਆ ਉਹਦੇ ਵਿੱਚ ਵੀ ਪਹਿਲਾਂ ਵੇਰੀਏਸ਼ਨਸ ਹੋਈਆਂ ਦੈਨ ਅੱਗੇ DNA ਕਾਪੀਜ਼ ਦੇ ਵਿੱਚ ਵੀ ਅੱਗੇ ਫਰਦਰ ਜਿਹੜੀਆਂ ਵੇਰੀਏਸ਼ਨਸ ਹੋ ਜਾਂਦੀਆਂ। ਸੋ ਇਸ ਕਰਕੇ ਇੱਥੇ ਕਿਹਾ ਗਿਆ ਆ ਹੈਜ਼ ਵੇਰੀਏਸ਼ਨਸ ਕਮੂਲੇਟਡ ਫਰੋਮ ਪ੍ਰੀਵੀਅਸ ਜਨਰੇਸ਼ਨ। Thus, two different individuals in the population would have quite different patterns of accumulation वेरीएशनस। जो ਹੁਣ ਕਹਿੰਦੇ ਦੋ ਵੱਖਰੀ ਤਰ੍ਹਾਂ ਦੇ ਇੰਡੀਵਿਜੂਅਲ ਪਾਪੂਲੇਸ਼ਨ ਅਗਰ ਆਪਾਂ ਦੇਖੀਏ ਤਾਂ ਉਹਨਾਂ ਦੇ ਵਿੱਚ ਕੁਆਇਟ ਡਿਫਰੈਂਟ ਪੈਟਰਨ ਹੋਊਗਾ ਕਿ ਉਹਨਾਂ ਦੇ ਵਿੱਚ ਜਿੰਨੀਆਂ ਵੀ ਅਕਮੂਲੇਸ਼ਨ ਵੇਰੀਏਸ਼ਨਸ ਹੋਈਆਂ ਮਤਲਬ ਉਹਨਾਂ ਦੇ ਵਿੱਚ ਜਿੰਨੀਆਂ ਵੀ ਵੇਰੀਏਸ਼ਨਸ ਦਾ ਇਕੱਠ ਆ ਉਹ ਵੱਖਰੀ ਤਰ੍ਹਾਂ ਦਾ ਹੋਊਗਾ। Since all these variations are in living organisms, it is assured that they do not have any really bad effect। ठीक है ਹੁਣ ਕਹਿੰਦੇ ਜਿਹੜੀਆਂ ਵੇਰੀਏਸ਼ਨਸ ਆ ਲਿਵਿੰਗ ਆਰਗੈਨਿਜ਼ਮ ਦੇ ਵਿੱਚ ਹੋਈਆਂ ਇਹ ਅਸ਼ੋਰ ਕਰਦੀਆਂ ਕਿ ਉਹਨਾਂ ਦੇ ਵਿੱਚ ਕੋਈ ਵੀ ਬੈਡ ਇਫੈਕਟ ਰੀਅਲੀ ਨਹੀਂ ਹੈ।
Combining variations from two or more individuals would thus create new combination of variant। ठीक है, ਹੁਣ ਕਹਿੰਦੇ combining variation ਜਿੰਨੀ ਵੀ ਕੰਬੀਨੇਸ਼ਨ ਵੇਰੀਏਸ਼ਨ ਹੋਇਆ ਦੋ ਵੱਖਰੀ ਤਰ੍ਹਾਂ ਦੇ ਜਾਂ ਜ਼ਿਆਦਾ ਵੱਖਰੀ ਤਰ੍ਹਾਂ ਦੇ ਇੰਡੀਵਿਜੂਅਲ ਤੋਂ, ਉਹ ਕੀ ਹੋਊਗਾ, ਉਹ ਕ੍ਰੀਏਟ ਕਰੂਗਾ ਇੱਕ ਬਹੁਤ ਵੱਖਰੀ ਤਰ੍ਹਾਂ ਦਾ ਕੰਬੀਨੇਸ਼ਨ ਆਫ ਵੇਰੀਐਂਟ। ਈਚ ਕੰਬੀਨੇਸ਼ਨ ਵੁੱਡ ਵੀ ਨੋਵਲ ਸਿੰਸ ਇਟ ਵੁੱਡ ਵੀ ਇਨਵੋਲਵ ਟੂ ਡਿਫਰੈਂਟ ਇੰਡੀਵਿਜੂਅਲ। ਠੀਕ ਹੈ, ਹਰ ਇੱਕ ਨਵਾਂ ਇੰਡੀਵਿਜੂਅਲ ਜਿਹੜਾ ਕੰਬਾਈਨ ਵੇਰੀਏਸ਼ਨਸ ਦੇ ਨਾਲ ਬਣਿਆ ਆ ਉਹ ਕਿੱਥੋਂ ਬਣਿਆ ਹੋਊਗਾ, ਉਹਦੇ ਵਿੱਚ ਦੋ ਵੱਖਰੀ ਤਰ੍ਹਾਂ ਦੇ ਇੰਡੀਵਿਜੂਅਲਸ ਇਨਵੋਲਵ ਹੋਊਗੇ। ਸੋ ਹੁਣ ਅਗਰ ਇੱਥੇ ਠੀਕ ਹੈ ਦੱਸਿਆ ਗਿਆ ਆ ਕਿ ਜਿਹੜਾ ਵੀ ਸੈਕਸ਼ੂਅਲ ਮੋਡ ਆਫ ਰੀਪਰੋਡਕਸ਼ਨ ਆ ਉਹ ਇਨਕੋਪਰੇਟ ਹੁੰਦਾ ਆ ਸੱਚ ਅ ਪ੍ਰੋਸੈਸ ਆਫ ਜਦੋਂ ਕੰਬੀਨੇਸ਼ਨ ਹੁੰਦਾ DNA ਫਰੋਮ ਦੋ ਵੱਖਰੇ ਤਰ੍ਹਾਂ ਦੇ ਇੰਡੀਵਿਜੂਅਲ ਡਿਊਰਿੰਗ ਰੀਪਰੋਡਕਸ਼ਨ, ਬਟ ਇਟ ਕ੍ਰੀਏਟਸ ਮੇਜਰ ਡਿਫੀਕਲਟੀ। ਠੀਕ ਹੈ, ਇਹ ਮੇਜਰ ਡਿਫੀਕਲਟੀ ਕ੍ਰੀਏਟ ਕਰਦਾ ਆ। ਕਿਉਂ? ਅਗਰ ਕਹਿੰਦੇ ਇਫ ਈਚ ਨਿਊ ਜਨਰੇਸ਼ਨ ਇਜ਼ ਟੂ ਵੀ ਦਾ ਕੰਬੀਨੇਸ਼ਨ ਆਫ DNA ਕਾਪੀ, ਅਗਰ ਨਵੀਂ ਜਨਰੇਸ਼ਨ ਜਿਹੜੀ ਆ ਉਹ ਕੰਬੀਨੇਸ਼ਨ ਤੋਂ ਬਣੀ ਆ, ਠੀਕ ਹੈ, ਦੋ ਵੱਖਰੀ ਤਰ੍ਹਾਂ ਦੇ DNA ਕਾਪੀਜ਼ ਤੋਂ ਜਿਹੜੇ ਉਹਨਾਂ ਦੇ ਪ੍ਰੀਵੀਅਸ ਪੇਰੈਂਟਸ ਤੋਂ ਸੀਗੀਆਂ। ਠੀਕ ਹੈ, ਦੈਨ ਈਚ ਨਿਊ ਜਨਰੇਸ਼ਨ ਜਿਹੜੀ ਆ ਉਹਨਾਂ ਦੇ ਕੋਲ ਦੋ ਵੱਖਰੀ ਤਰ੍ਹਾਂ ਦੇ DNA ਹੋ ਜਾਣੇ। ਠੀਕ ਹੈ, ਹੁਣ ਦੇਖੋ ਇੱਥੇ ਕਨਫਿਊਜ਼ ਨਹੀਂ ਹੋਣਾ ਕਿ ਜਿਹੜੀ ਨਵੀਂ ਜਨਰੇਸ਼ਨ ਆ ਉਹਨਾਂ ਕੋਲ DNA ਦੀ ਕੰਬੀਨੇਸ਼ਨ ਹੋ ਗਿਆ। ਠੀਕ ਹੈ, ਆਪਣੇ ਪੇਰੈਂਟਸ ਤੋਂ ਦੋ ਵੱਖਰੀ ਤਰ੍ਹਾਂ ਦੇ DNA ਉਹਨਾਂ ਨੂੰ ਮਿਲੇ, ਦੈਨ ਹਰੇਕ ਨਿਊ ਜਨਰੇਸ਼ਨ ਜਿਹੜੀ ਆ ਫਿਰ ਉਹਨੇ ਐਂਡ ਅਪ ਹੋ ਜਾਣਾ ਉਹਦੇ ਕੋਲ ਦੋ ਵੱਖਰੀ ਤਰ੍ਹਾਂ ਦੇ DNA ਅੱਗੇ ਫਰਦਰ ਹੋ ਜਾਣੇ। ਠੀਕ ਹੈ, ਜਿੱਦਾਂ ਦੇ ਉਹਨਾਂ ਦੇ ਪ੍ਰੀਵੀਅਸ ਜਨਰੇਸ਼ਨ ਦੇ ਕੋਲ ਸੀਗੇ। ਦੈਨ ਇਹਦੇ ਨਾਲ ਕੀ ਹੋ ਜਾਣਾ, ਅੱਗੇ ਮੈਸ਼ ਅਪ ਹੋ ਜਾਣਾ ਕਿ ਉਹਨਾਂ ਦੇ ਕੋਲ ਕੋਈ ਉਹਨਾਂ ਦਾ ਕੰਟਰੋਲ ਹੀ ਨਹੀਂ ਰਹਿਣਾ ਕਿ ਉਹਨਾਂ ਦੀ DNA ਦੀ ਸੈਲੂਲਰ ਅਪੀਅਰੈਂਸ ਕਿੱਦਾਂ ਦੀ ਹੋਵੇ। ਸੋ ਇਫ ਈਚ ਜਨਰੇਸ਼ਨ ਡਬਲ ਇਟਸ DNA, ਸੋ ਅਗਰ ਹਰੇਕ ਜਨਰੇਸ਼ਨ ਆਪਣਾ DNA ਡਬਲ ਕਰਨ ਲੱਗ ਜਾਵੇ ਤਾਂ ਕੀ ਹੋ ਜਾਣਾ, ਵੈਰੀ ਸੂਨ ਦੇਅਰ ਵਿਲ ਬੀ ਓਨਲੀ DNA ਔਨ ਦਾ ਅਰਥ। ਠੀਕ ਹੈ, ਸੋ ਹਾਊ ਮੈਨੀ ਵੇ ਕੈਨ ਵੀ ਥਿੰਕ ਆਫ ਦਾ ਸੋਲਵਿੰਗ ਦਿਸ ਡਿਫੀਕਲਟੀ। ਸੋ ਆਪਾਂ ਕਹਿੰਦੇ ਆਪਾਂ ਕਿਵੇਂ ਇਹਦੇ ਬਾਰੇ ਸੋਚੀਏ ਕਿ ਇਸ ਪ੍ਰੋਬਲਮ ਨੂੰ ਕਿੱਦਾਂ ਸੋਲਵ ਕੀਤਾ ਜਾਵੇ, ਡਿਫੀਕਲਟੀ ਨੂੰ ਕਿੱਦਾਂ ਸੋਲਵ ਕੀਤਾ ਜਾਵੇ। ਵੀ ਹੈਵ ਸੀਨ ਅਰਲੀਅਰ ਦੈਟ ਐਜ਼ ਆਰਗੈਨਿਜ਼ਮਸ ਬਿਕਮ ਮੋਰ ਕੰਪਲੈਕਸ ਦਾ ਸਪੈਸ਼ਲਾਈਜੇਸ਼ਨ ਆਫ ਟਿਸ਼ੂ ਇਨਕਰੀਜ਼ਿਜ਼। ਠੀਕ ਆ, ਹੁਣ ਕਹਿੰਦੇ ਆਪਾਂ ਦੇਖਦੇ ਹਾਂ ਕਿ ਆਰਗੈਨਿਜ਼ਮਸ ਜਿਹੜੇ ਆ ਉਹ ਮੋਰ ਕੰਪਲੈਕਸ ਹੋ ਗਏ ਆ। ਠੀਕ ਆ, ਸੋ ਕਿਉਂਕਿ ਉਹਨਾਂ ਦੇ ਵਿੱਚ ਸਪੈਸ਼ਲਾਈਜੇਸ਼ਨ ਹੋ ਗਏ, ਟਿਸ਼ੂ ਇਨਕਰੀਜ਼ਿਜ਼, ਉਹਨਾਂ ਦੇ ਵਿੱਚ ਜਿਹੜੇ ਟਿਸ਼ੂ ਸੀਗੇ ਸਪੈਸ਼ਲਾਈਜ਼ ਜਿਹੜੇ ਵੱਖਰੀ ਤਰ੍ਹਾਂ ਦੇ ਕੰਮ ਕਰ ਸਕਦੇ ਆ ਉਹ ਇਨਕਰੀਜ਼ ਹੋ ਗਏ ਹੁਣ ਆਰਗੈਨਿਜ਼ਮਸ ਦੇ ਵਿੱਚ। ਵਨ ਸੋਲਿਊਸ਼ਨ ਦੈਟ many multicellular organisms have found for problem mentioned above this to have special cells in the specialized organ। ਠੀਕ ਹੈ, ਹੁਣ ਕਹਿੰਦੇ ਇਹਦਾ ਇੱਕ ਹੱਲ ਕੀ ਹੋ ਗਿਆ ਆ ਕਿ ਇਸ ਪ੍ਰੋਬਲਮ ਦਾ ਹੱਲ ਕੀ ਹੋ ਗਿਆ ਕਿ ਜਿਹੜੇ ਆਰਗੈਨਿਜ਼ਮਸ ਆ, ਠੀਕ ਹੈ, ਸਪੈਸ਼ਲ ਉਹਨਾਂ ਦੇ ਵਿੱਚ ਸੈੱਲ ਆ, ਸਪੈਸ਼ਲ ਆਰਗਨਸ ਦੇ ਵਿੱਚ ਸਪੈਸ਼ਲ ਸੈੱਲ ਆ ਵਿਚ ਹੈਵ ਓਨਲੀ ਹਾਫ ਆਫ ਨੰਬਰ ਕ੍ਰੋਮੋਜ਼ੋਮਸ, ਉਹਨਾਂ ਦੇ ਵਿੱਚ ਟੋਟਲ ਨਹੀਂ ਹੈ, ਉਹਦੇ ਵਿੱਚ ਹਾਫ ਨੰਬਰ ਆਫ ਕ੍ਰੋਮੋਜ਼ੋਮਸ ਹੈ ਔਰ ਹਾਫ ਦਾ ਅਮਾਊਂਟ ਆਫ DNA ਐਜ਼ ਕੰਪੇਅਰ ਟੂ ਦਾ ਨੋਨ ਰੀਪਰੋਡਕਟਿੰਗ ਬੋਡੀ ਸੈਲਸ। ਠੀਕ ਹੈ, ਸਮਝ ਲੱਗੀ ਕਿ ਜਿਹੜੇ ਆਰਗੈਨਿਜ਼ਮਸ ਆ ਉਹਨਾਂ ਦੇ ਵਿੱਚ ਕੀ ਹੋ ਗਿਆ, ਸਪੈਸ਼ਲਾਈਜੇਸ਼ਨ ਹੋ ਗਈ ਟਿਸ਼ੂਜ਼ ਦੀ। ਇਸ ਕਰਕੇ ਹਰ ਇੱਕ ਆਰਗਨ ਦੇ ਵਿੱਚ ਸਪੈਸ਼ਲਾਈਜ਼ਡ ਟਿਸ਼ੂ ਆ ਜਿਨ੍ਹਾਂ ਦੇ ਵਿੱਚ ਕ੍ਰੋਮੋਜ਼ੋਮਸ ਵੀ ਹਾਫ ਆ ਔਰ DNA ਵੀ ਹਾਫ ਆ। ਦੈਨ when these germ cells, ਠੀਕ ਹੈ, ਜਦੋਂ ਇਹ ਫਿਰ germ cells from two individual combine during sexual reproduction, ਜਦੋਂ ਫਿਰ ਜਿਨ੍ਹਾਂ ਦੇ ਵਿੱਚ ਹਾਫ ਕ੍ਰੋਮੋਜ਼ੋਮਸ ਆ ਹਾਫ DNA ਆ, ਠੀਕ ਹੈ, ਇੱਦਾਂ ਦੇ germ cells ਜਦੋਂ ਇਕੱਠੇ ਹੁੰਦੇ ਆ during sexual reproduction to form a new individual, it result in re-establishment of number of chromosomes and the DNA content in the new generation। ਸੋ ਹੁਣ ਕੀ ਕਿਹਾ ਗਿਆ ਆ, ਜਦੋਂ ਕਹਿੰਦੇ ਹਾਫ ਕ੍ਰੋਮੋਜ਼ੋਮ ਔਰ ਹਾਫ DNA ਜਰਮ ਸੈਲਸ, ਠੀਕ ਆ, ਫਰੋਮ ਦੋ ਵੱਖਰੀ ਤਰ੍ਹਾਂ ਦੇ ਇੰਡੀਵਿਜੂਅਲ ਤੋਂ ਕੰਬਾਈਨ ਹੁੰਦੇ ਆ ਸੈਕਸ਼ੂਅਲ ਰੀਪਰੋਡਕਸ਼ਨ ਦੇ ਦੁਆਰਾ, ਤਾਂ ਉਹ ਆਪਣੇ ਨਵੇਂ ਤਰ੍ਹਾਂ ਦੇ ਇੰਡੀਵਿਜੂਅਲਸ ਨੂੰ ਬਣਾਉਂਦੇ ਆ ਜਿਹਦੇ ਨਾਲ ਰੀਐਸਟੈਬਲਿਸ਼ਮੈਂਟ ਹੁੰਦੀ ਆ ਕਿਹਦੀ, ਆ ਨੰਬਰ ਆਫ ਕ੍ਰੋਮੋਜ਼ੋਮਸ ਐਂਡ DNA ਕੰਟੈਂਟ ਦੀ ਨਵੀਂ ਜਨਰੇਸ਼ਨ ਦੇ ਵਿੱਚ। If the zygote is to grow and develop into an organism which has a highly specialized tissue and organ, then it has to have sufficient stores of energy for doing this। ਠੀਕ ਹੈ, ਅਗਰ ਕਹਿੰਦੇ ਕੋਈ ਵੀ ਜ਼ਾਈਗੋਟ ਜਿਹੜਾ ਆ ਗਰੋ ਹੋ ਰਿਹਾ, ਡਿਵੈਲਪ ਹੋ ਰਿਹਾ ਕਿਸੇ ਆਰਗੈਨਿਜ਼ਮ ਦੇ ਅੰਦਰ, ਠੀਕ ਆ, ਦੈਨ ਉਹ ਕੀ ਕਰਦਾ, ਹੈਵ ਦਾ ਹਾਈਲੀ ਸਪੈਸ਼ਲਾਈਜ਼ਡ ਟਿਸ਼ੂ ਐਂਡ ਆਰਗਨ, ਉਹਦੇ ਕੋਲ ਸਪੈਸ਼ਲਾਈਜ਼ਡ ਟਿਸ਼ੂ ਔਰ ਆਰਗਨ ਆ ਉਹਨੂੰ ਗਰੋ ਔਰ ਡਿਵੈਲਪ ਕਰਨ ਦੇ ਲਈ, ਐਂਡ ਉਹਦੇ ਕੋਲ ਸਫੀਸ਼ੀਐਂਟ ਸਟੋਰੇਜ ਆਫ ਐਨਰਜੀ ਆ ਇਹਨੂੰ ਜ਼ਾਈਗੋਟ ਨੂੰ ਗਰੋ ਔਰ ਡਿਵੈਲਪ ਕਰਨ ਦੇ ਲਈ। ਇਨ ਵੈਰੀ ਸਿੰਪਲ ਆਰਗੈਨਿਜ਼ਮ
it is seen that it is seen that the two germ cells are not very different from one another or may even be similar। ठीक है, कई बार कहते ਇਹ ਕੀ ਦੇਖਿਆ ਗਿਆ ਹੈ ਕਿ ਦੋ ਵੱਖਰੀ ਤਰ੍ਹਾਂ ਦੇ ਜਰਮ ਸੈੱਲ ਜਿਹੜੇ ਆ ਉਹ ਡਿਫਰੈਂਟ नहीं है और मे बी वो सिमिलर भी हो सकते मे बी सिमिलर नहीं भी हो सकते बट एज द बॉडी डिजाइन बिकम मोर कंपलैक्स द जर्म सैल आल्सो स्पैशलाइज्ड। सो क्योंकि कहते बॉडी सैल जोड़ा है वो कंपलैक्स सॉरी बॉडी डिजाइन जोड़ा वो कंपलैक्स हो जाना इस करके जोड़े जर्म सैल्स आ वो भी जोड़े बखरी तरह ने स्पैशलाइज्ड हो जाने। वन जर्म सैल इज लार्ज and contains the food stores while the other is smaller ਐਂਡ ਲਾਈਕਲੀ ਟੂ ਵੀ ਮੋਟਾਈਲ। ਠੀਕ ਹੈ, ਹੁਣ ਕਹਿੰਦੇ ਇੱਦਾਂ ਦੇ ਜਰਮ ਸੈੱਲ ਜਿਹੜੇ ਇੱਕ ਤਾਂ ਕਹਿੰਦੇ ਆਪਾਂ ਦੇਖ ਲੈਂਦੇ ਕਿ ਜਰਮ ਸੈੱਲ ਜਿਹੜਾ ਆ ਉਹ ਲਾਰਜ ਆ ਐਂਡ ਉਹ ਕੀ ਕਰਦਾ ਆ ਕੰਟੇਨ ਕੀ ਕਰਦਾ ਆ ਫੂਡ ਸਟੋਰਸ ਵਾਈਲ ਦਾ ਅਦਰ ਜਿਹੜਾ ਆ ਸਮੋਲਰ ਐਂਡ ਲਾਈਕਲੀ ਟੂ ਵੀ ਮੋਟਾਈਲ। ਠੀਕ ਹੈ, ਉਹ ਮੋਟਾਈਲ ਮੀਨਸ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਸਕਦਾ ਆ ਦੂਜੀ ਤਰ੍ਹਾਂ ਦਾ ਜਰਮ ਸੈੱਲ। ਕਨਵੈਂਸ਼ਨਲੀ ਦ ਮੋਟਾਈਲ ਜਰਮ ਸੈੱਲ ਇਜ਼ ਕਾਲਡ ਦਾ ਮੇਲ ਗਮੀਟ। ਠੀਕ ਆ, ਸੋ ਜਿਹੜਾ ਤਾਂ ਮੋਟਾਈਲ ਜਰਮ ਸੈੱਲ ਆ ਠੀਕ ਹੈ ਮਤਲਬ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਸਕਦਾ ਆ ਉਹਨੂੰ ਕੀ ਕਿਹਾ ਜਾਂਦਾ ਆ ਮੇਲ ਗਮੀਟ। ਠੀਕ ਹੈ, ਮੇਲਸ ਦੇ ਵਿੱਚ ਜਿਹੜੇ ਸੈੱਲਸ ਹੁੰਦੇ ਆ ਮੇਲ ਗਮੀਟ, ਸੈਕਸ਼ੂਅਲ ਸੈੱਲਸ ਹੁੰਦੇ ਆ ਮੇਲ ਗਮੀਟ ਐਂਡ ਜਰਮ ਸੈੱਲ ਕੰਟੇਨਿੰਗ ਦੀ ਸਟੋਰਡ ਫੂਡ। ਠੀਕ ਹੈ, ਜਿਹੜਾ ਜਰਮ ਸੈੱਲ ਆ ਜਿਹੜਾ ਕੰਟੇਨ ਕਰਦਾ ਸਟੋਰਡ ਫੂਡ ਨੂੰ ਉਹਨੂੰ ਕੀ ਕਿਹਾ ਜਾਂਦਾ ਫੀਮੇਲ ਗਮੀਟ। ਠੀਕ ਆ, ਸੈਕਸ਼ੂਅਲ ਸੈੱਲ ਜਿਹੜੇ ਆ ਵੀ ਸ਼ੈਲ see in the few sections how the need to create these two different type of gametes give rise to the differences in male and female reproductive organs and in the some cases differences in body of male and female organisms। ਹੁਣ ਅਗਰ ਠੀਕ ਹੈ ਇਹ ਕਲੀਅਰ ਹੋ ਗਿਆ ਕਿ ਜਿਹੜਾ ਤਾਂ ਮੋਟਾਈਲ ਆ ਉਹ ਮੇਲ ਗਮੀਟ ਆ ਜਿਹੜਾ ਫੂਡ ਸਟੋਰਸ ਆ ਠੀਕ ਹੈ ਜਰਮ ਸੈੱਲ ਜਿਹੜਾ ਕਰਦਾ ਹੈ ਉਹ ਫੀਮੇਲ ਗਮੀਟ ਆ। ਸੋ ਇਹ ਜਿਹੜਾ ਅੱਗੇ ਜਿਹੜੀਆਂ ਇਹ ਮੇਲ ਗਮੀਟ ਔਰ ਫੀਮੇਲ ਗਮੀਟ ਵਿਦ ਕਿੱਥੇ ਇਹ ਹੁੰਦੇ ਆ ਇਹਨਾਂ ਨਾਲ ਰਿਲੇਟਡ ਔਰਗਨ ਸਾਰੇ ਠੀਕ ਆ ਸੈਕਸ਼ੂਅਲ ਰੀਪਰੋਡਕਟਿਵ ਔਰਗਨ ਜਿਹੜੇ ਆ ਇਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ। ਥੈਂਕ ਯੂ।